Very sweet morning to all of you students. How are you? I hope all are you fine. So today we'll discuss the concept of that's a chapter 7, that is a subsidiary book. Subsidiary book ਦੇ ਵਿੱਚ ਬੇਟਾ include a first topic that's a cash book. So ਬੇਟਾ subsidiary book ਦੇ ਵਿੱਚ ਆਪਾਂ transaction ਨੂੰ record ਕਰ ਦਾਂਗੇ. It is a part of the books of original or prime entry and ledger principal book. It is a system of bookkeeping. Otherwise, all transactions recorded first in the books of original record, and then such transactions are recorded in the books of journal, which should be posted into different accounts. ਸੋ ਬੇਟਾ ਦੈਟ ਇਜ਼ ਏ ਪਾਰਟ ਆਫ ਸਬਸਿਡਰੀ ਬੁੱਕ, ਜਿਹਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਨੂੰ ਵੱਖਰੇ ਪਾਰਟਸ ਨੂੰ ਡਿਵਾਈਡ ਕਰਦੇ ਸਬ ਜਰਨਲ ਸਬਸਿਡਰੀ ਬੁੱਕ ਦੇ ਵਿੱਚ, ਜਿਹ ਟ੍ਰਾਂਜੈਕਸ਼ਨ ਦੀਆਂ ਨੇਚਰ ਬੇਟਾ ਜਿਹੜੀਆਂ ਸਿਮਿਲਰ ਨੇਚਰ ਦੀਆਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਰਹਿੰਦੇ ਸਟੈਪ ਬਾਏ ਸਟੈਪ ਇਨ ਦਾ ਫਾਰਮ ਆਫ ਬੁੱਕ ਕੀਪਿੰਗ। ਸੋ ਡਿਫਰੈਂਟ ਬੇਟਾ ਟਾਈਪ ਸਬਸਿਡਰੀ ਬੁੱਕ ਦੀਆਂ ਕੈਸ਼ ਬੁੱਕ, ਪਰਚੇਜ਼ ਬੁੱਕ, ਰਿਟਰਨ ਆਊਟਵਰਡ ਬੁੱਕ, ਸੇਲ ਬੁੱਕ, ਰਿਟਰਨ ਇਨਵਰਡ ਬੁੱਕ, ਬਿਲ ਰਿਸੀਵੇਬਲ ਬੁੱਕ, ਬਿਲ ਪੇਬਲ ਬੁੱਕ, ਜਰਨਲ ਪ੍ਰੋਪਰ। ਸੋ ਬੇਟਾ ਇਹ 8 ਤਰ੍ਹਾਂ ਦੀਆਂ ਬੁੱਕਸ ਹੈਗੀਆਂ ਜਿਹਦੇ ਵਿੱਚ ਵੱਖਰੀਆਂ ਬੁੱਕਸ ਨੂੰ ਰਿਕਾਰਡ ਕਰਦੇ। ਕੈਸ਼ ਬੁੱਕ ਦੇ ਵਿੱਚ ਕੈਸ਼ ਪੇਮੈਂਟਸ, ਕੈਸ਼ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਾਂਗੇ। ਪਰਚੇਜ਼ ਬੁੱਕ ਦੇ ਵਿੱਚ ਕ੍ਰੈਡਿਟ ਪਰਚੇਜ਼ ਗੁੱਡਸ ਨੂੰ ਰਿਕਾਰਡ ਕਰਾਂਗੇ। ਰਿਟਰਨ ਆਊਟਵਰਡ ਦੇ ਵਿੱਚ ਜਿਹੜੀਆਂ ਆਪਣੇ ਕੋਲ ਗੁੱਡਸ ਰਿਟਰਨ ਹੋਈਆਂ ਉਹਨਾਂ ਨੂੰ ਰਿਕਾਰਡ ਕਰਾਂਗੇ। ਸੇਲ ਬੁੱਕਸ ਦੇ ਵਿੱਚ ਜਿਹੜੀਆਂ ਕ੍ਰੈਡਿਟ ਸੇਲ ਹੋਈਆਂ ਉਹਨਾਂ ਨੂੰ ਰਿਕਾਰਡ ਕਰਾਂਗੇ। ਰਿਟਰਨ ਇਨਵਰਡ ਦੇ ਵਿੱਚ ਜਿਹੜੀਆਂ ਗੁੱਡਸ ਕਸਟਮਰ ਕੋਲੋਂ ਵਾਪਸ ਆਈਆਂ। ਬਿੱਲ ਦੇ ਵਿੱਚ ਜਿਹੜੇ ਬਿਲਸ ਹੈ, ਬਿੱਲ ਪੇਬਲ ਜਿਹੜੇ ਬਿੱਲ ਪੇ ਕਰਨੇ। ਐਂਡ ਜਨਰਲ ਪ੍ਰੋਪਰ ਜਿਹੜੀ ਟ੍ਰਾਂਜੈਕਸ਼ਨ ਇਹਨਾਂ 'ਚ ਕਵਰ ਨਹੀਂ ਹੁੰਦੀਆਂ ਉਹਨਾਂ ਨੂੰ ਰਿਕਾਰਡ ਕਰਾਂਗੇ। ਦੈਨ ਇਸ ਤੋਂ ਬਾਅਦ ਬੇਟਾ ਐਡਵਾਂਟੇਜਸ ਆਫ ਸਬਸਿਡਰੀ ਬੁੱਕ, ਕਹਿੰਦਾ ਇਟ ਇਜ਼ ਅ ਪਾਰਟ ਆਫ ਸਪੈਸ਼ਲਾਈਜੇਸ਼ਨ, ਜਿਹਦੇ ਵਿੱਚ ਸੈਪਰੇਟ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਸੈਪਰੇਟ ਵੇ ਦੇ ਨਾਲ। ਬੇਟਾ ਹੈਂਡਲਿੰਗ, ਕਨਵੀਨੀਅੰਸ ਇਨ ਹੈਂਡਲਿੰਗ, ਕਿ ਆਪਾਂ ਈਜ਼ੀ ਵੇ ਦੇ ਨਾਲ ਇਹਨਾਂ ਨੂੰ ਕੈਰੀ ਕਰ ਸਕਦੇ ਹਾਂ, ਕਿ ਟ੍ਰਾਂਜੈਕਸ਼ਨ ਨੂੰ ਕੋਈ ਬਹੁਤਾ ਡਿਫੀਕਲਟ ਨਹੀਂ, ਪ੍ਰੋਸੈਸ ਡਿਵਾਈਡ ਕਰ ਦਿੱਤਾ, ਜਨਰਲ ਫਾਰਮ ਦੇ ਵਿੱਚ ਰਿਡਿਊਸ ਕਰ ਦਿੱਤਾ। ਟਾਈਮ ਸਾਡਾ ਕੀ ਹੋ ਜਾਂਦਾ ਬੇਟਾ, ਸੇਵ ਹੋ ਜਾਂਦਾ। ਵੱਖਰੇ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹੈਗੇ ਆ। ਟਾਈਮ, ਲੇਬਰ, ਸਟੇਸ਼ਨ ਬਹੁਤ ਇਫੈਕਟ ਪੈ ਜਾਂਦਾ ਇਸ ਚੀਜ਼ ਦਾ। ਐਫੀਸ਼ੀਐਂਸੀ ਵੱਧ ਜਾਂਦੀ। ਐਫੀਸ਼ੀਐਂਸੀ ਕਿਸ ਤਰ੍ਹਾਂ ਵੱਧ ਜਾਂਦੀ, ਕਿਉਂਕਿ ਅਸੀਂ ਕੰਮ ਨੂੰ ਹੀ ਕਰ ਦਿੱਤਾ, ਡਿਵਾਈਡ ਕਰ ਦਿੱਤਾ ਵੱਖਰੇ ਪਰਟੀਕੂਲਰ ਟਾਈਮ ਦੇ ਪੀਰੀਅਡ ਦੇ ਵਿੱਚ, ਫਾਰਮ ਦੇ ਵਿੱਚ। ਇਹਨੂੰ ਸਾਈਡ ਤੇ ਬਾਈ ਸਾਈਡ ਕੀ ਆਪਾਂ ਕਰ ਲੈਂਦੇ, ਚੈੱਕ ਕਰ ਲੈਂਦੇ ਕਿ ਟ੍ਰਾਂਜੈਕਸ਼ਨ ਪਤਾ ਲੱਗ ਜਾਂਦੀ ਸਾਨੂੰ ਕਿੰਨੇ ਇੱਕ ਰਿਕਾਰਡ ਹੈ ਟ੍ਰਾਂਜੈਕਸ਼ਨ ਦੇ, ਚੈੱਕ ਪਤਾ ਲੱਗ ਜਾਂਦੇ ਸਾਈਡ ਬਾਈ ਸਾਈਡ। ਈਜ਼ੀ ਰੈਫਰੈਂਸ, ਇੱਕ ਟ੍ਰਾਂਜੈਕਸ਼ਨ ਨੂੰ ਈਜ਼ੀ ਵੇ ਦੇ ਨਾਲ ਆਪਾਂ ਨੂੰ ਰੈਫਰੈਂਸ ਤੋਂ ਰਿਕਾਰਡ ਕਰ ਸਕਦੇ ਹੈਗੇ ਆ ਕਿ ਟ੍ਰਾਂਜੈਕਸ਼ਨ ਦੀ ਸਪੈਸ਼ਲ ਅਫਿਲਿਟੀ ਕਿੰਨੀ ਹੈਗੀ ਆ, ਉਹਨੂੰ ਪ੍ਰੋਪਰ ਵੇ ਦੇ ਨਾਲ ਉਹਨੂੰ ਕਿਸ ਤਰੀਕੇ ਨਾਲ ਟ੍ਰਾਂਜੈਕਸ਼ਨ ਨੂੰ ਆਪਾਂ ਰਿਕਾਰਡ ਕਰਨਾ। ਟ੍ਰਾਂਜੈਕਸ਼ਨ ਕਿਸ ਨੇਚਰ ਦੀ, ਫਲੈਕਸੀਬਲ ਨੇਚਰ ਦੀ ਹੈ, ਕਿ ਜਿਹਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਨੂੰ ਇਨਕਰੀਜ਼ ਡਿਕਰੀਜ਼ ਉਹਨੂੰ ਵੇ ਦੇ ਨਾਲ ਆਪਾਂ ਕੀ ਕਰ ਸਕਦੇ ਬੇਟਾ, ਰਿਕਾਰਡ ਕਰ ਸਕਦੇ। ਰਿਸਪੌਂਸਿਬਿਲਿਟੀ ਫਿਕਸੇਸ਼ਨ ਆ, ਈਜ਼ੀ ਟੂ ਕਨਵੀਨੀਅੰਸ ਇਨ ਹੈਂਡਲਿੰਗ ਟ੍ਰਾਂਜੈਕਸ਼ਨ, ਸਿਮਿਲਰ ਨੇਚਰ ਦੀਆਂ ਉਹਨੂੰ ਰਿਕਾਰਡ ਕਰਨੀਆਂ ਵਨ ਪਲੇਸ ਦੇ ਵਿੱਚ। ਆਡੀਟਰ ਦੁਆਰਾ ਚੈੱਕ ਕਰਨੇ ਅਕਾਊਂਟਸ ਐਟ ਅ ਟਾਈਮ ਆਫ ਟ੍ਰਾਂਜੈਕਸ਼ਨ ਇਫੈਕਟਿਵਲੀ ਐਂਡ ਐਫੀਸ਼ੀਐਂਟਲੀ। ਦੈਨ ਇਸ ਤੋਂ ਬਾਅਦ ਬੇਟਾ ਆ ਜਾਂਦੀ ਕੈਸ਼ ਬੁੱਕ। ਸੋ ਕੈਸ਼ ਬੁੱਕ ਦੇ ਵਿੱਚ ਆ ਜਾਂਦਾ ਕੈਸ਼ ਐਂਡ ਬੈਂਕ ਅਕਾਊਂਟਸ, ਜਿਹਦੇ ਵਿੱਚ ਉਹਨਾਂ ਨੂੰ ਸੈਪਰੇਟਲੀ ਰਿਕਾਰਡ ਕਰਨਾ। ਓਰੀਜਨਲ ਐਂਟਰੀ ਨੂੰ ਕੈਸ਼ ਬੈਂਕ ਨੂੰ ਟ੍ਰਾਂਜੈਕਸ਼ਨ ਕਰਨਾ, ਰਿਕਾਰਡ ਸੈਪਰੇਟਲੀ। ਇਟ ਇਜ਼ ਨੋਟ ਕਹਿੰਦਾ ਸਬਸਿਡਰੀ ਬੁੱਕ। ਕਹਿੰਦਾ ਫੀਚਰਸ ਆਫ ਓਨਲੀ ਕੈਸ਼ ਟ੍ਰਾਂਜੈਕਸ਼ਨਸ ਆਰ ਰਿਕਾਰਡਿਡ। ਕਹਿੰਦਾ ਇਹ ਫੀਚਰਸ ਦੇ ਵਿੱਚ ਸਿਰਫ ਤੇ ਸਿਰਫ ਕਿਹੜੀਆਂ ਟ੍ਰਾਂਜੈਕਸ਼ਨ ਰਿਕਾਰਡ ਕਰਦੇ, ਕੈਸ਼ ਐਂਡ ਬੈਂਕ ਟ੍ਰਾਂਜੈਕਸ਼ਨਸ ਆਰ ਰਿਕਾਰਡਿਡ। ਕਹਿੰਦਾ ਇਟ ਪਰਫਾਰਮ ਦਾ ਰੋਲ ਆਫ ਬੋਥ ਜਰਨਲ ਐਂਡ ਜਰਨਲ ਤੇ ਲੈਜਰ ਦਾ ਰੋਲ ਪਰਫਾਰਮ ਕਰਦੀ ਹੈ। ਰਿਸਿਪਟ ਸਾਈਡ ਨੂੰ ਬੜਾ ਰਿਕਾਰਡ ਕਰਦੇ ਡੈਬਿਟ ਸਾਈਡ ਤੇ, ਪੇਮੈਂਟ ਨੂੰ ਕਰਦੇ ਕ੍ਰੈਡਿਟ ਸਾਈਡ ਤੇ। ਇਟ ਰਿਕਾਰਡ ਓਨਲੀ ਵਨ ਐਸਪੈਕਟ ਆਫ ਟ੍ਰਾਂਜੈਕਸ਼ਨ, ਕੈਸ਼ ਐਂਡ ਬੈਂਕ ਟ੍ਰਾਂਜੈਕਸ਼ਨਸ ਨੂੰ ਜਿਹੜਾ ਰਿਕਾਰਡ ਕਰਦੇ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਟ੍ਰਾਂਜੈਕਸ਼ਨ ਨੂੰ ਆਪਾਂ ਹੀ ਕਰਦੇ ਰਿਕਾਰਡ ਕਰਦੇ। ਕੈਸ਼ ਕੋਲਮ ਦਾ ਡੈਬਿਟ ਬੈਲੈਂਸ, ਵੇਅਰ ਬੈਂਕ ਕੋਲਮ ਦਾ ਡੈਬਿਟ ਔਰ ਕ੍ਰੈਡਿਟ ਬੈਲੈਂਸ ਵੀ ਹੋ ਸਕਦਾ ਹੈ। ਨੋਨ ਰਿਸਪੈਕਟ ਆਫ ਟ੍ਰਾਂਜੈਕਸ਼ਨਸ ਪੋਸਟਡ ਇਨ ਦਾ ਲੈਜਰ, ਕੈਸ਼ ਬੁੱਕ ਕਹਿੰਦਾ ਰਿਕੁਆਇਰ ਨੋ ਪੋਸਟਿੰਗ। ਕਹਿੰਦਾ ਜਿਹੜਾ ਫਾਰਮੈਟ ਆਫ ਕੈਸ਼ ਬੁੱਕ ਦਾ ਕਹਿੰਦਾ ਬਿਲਕੁਲ ਕਿਹੜੇ ਤਰ੍ਹਾਂ ਲੈਜਰ ਦੀ ਤਰ੍ਹਾਂ, ਜਿਹੜੀਆਂ ਦੋ ਸਾਈਡਸ ਹੁੰਦੀਆਂ, ਇੱਕ ਡੈਬਿਟ ਸਾਈਡ ਤੇ ਰਾਈਟ ਸਾਈਡ ਕ੍ਰੈਡਿਟ ਸਾਈਡ। ਦੈਨ ਇਸ ਤੋਂ ਬਾਅਦ ਬੇਟਾ ਆ ਜਾਂਦਾ ਸਿਮਿਲੈਰਿਟੀਜ਼ ਆਫ ਕੈਸ਼ ਬੁੱਕ ਵਿਦ ਜਰਨਲ। ਦੈਨ ਇਸ ਤੋਂ ਬਾਅਦ ਜਿਹੜੀਆਂ ਟਾਈਪਸ ਆਫ ਕੈਸ਼ ਬੁੱਕ ਹੈਗੀਆਂ ਬੇਟਾ, ਐਡਵਾਂਟੇਜਸ ਹੈ ਕੈਸ਼ ਬੁੱਕ ਦੇ, ਕਿ ਇਹਦੇ ਵਿੱਚ ਡੁਪਲੀਕੇਸ਼ਨ ਆਫ ਵਰਕ ਪ੍ਰੀਵੈਂਟ ਕੀਤਾ ਜਾਂਦਾ। ਕੈਸ਼ ਐਂਡ ਬੈਂਕ ਟ੍ਰਾਂਜੈਕਸ਼ਨ ਰਿਕਾਰਡ ਕਰਦੇ। ਇਟ ਇਜ਼ ਅ ਪੋਸੀਬਲ ਡੇਲੀ ਕੈਸ਼ ਬੈਂਕ ਬੈਲੈਂਸ ਚੈੱਕ ਕਰਨੇ। ਕੈਸ਼ ਐਂਡ ਬੈਂਕ ਨੂੰ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਪ੍ਰੋਪਰ ਵਿੱਚ। ਪਰਪਸ ਆਫ ਬੁੱਕਸ ਓਰੀਜਨਲ ਲੈਜਰ, ਫਰੋਡਸ ਨੂੰ ਆਪਾਂ ਮਿਨੀਮਾਈਜ਼ ਕਰਨਾ। ਐਰਰ ਨੂੰ ਆਪਾਂ ਈਜ਼ੀਲੀ ਕੀ ਕਰਨਾ, ਡਿਟੈਕਟ ਕਰਨਾ। ਟਾਈਪਸ ਆਫ ਕੈਸ਼ ਬੁੱਕ ਦੇ ਵਿੱਚ ਦੇਖੋ ਜਿਹੜੇ ਡਿਫਰੈਂਟ ਕੈਸ਼ ਬੁੱਕ ਬਣੀਆਂ ਹੋਈਆਂ ਟਾਈਪਸ ਹੈਗੀਆਂ। ਸਿੰਗਲ ਕਾਲਮ ਕੈਸ਼ ਬੁੱਕ, ਡਬਲ ਕਾਲਮ ਕੈਸ਼ ਬੁੱਕ, ਟ੍ਰਿਪਲ ਕਾਲਮ ਕੈਸ਼ ਬੁੱਕ ਐਜ਼ ਓਰੀਜਨਲ ਐਂਟਰੀ, ਮਲਟੀ ਕਾਲਮ, ਪੈਟੀ ਕੈਸ਼ ਬੁੱਕ। ਦੈਨ ਬੇਟਾ ਡਬਲ ਕਾਲਮ ਦੇ ਵਿੱਚ ਦੇਖੋ ਦੋ ਕਾਲਮ ਕਿਸ ਤਰ੍ਹਾਂ ਦੇ ਹੋ ਸਕਦੇ, ਕੈਸ਼ ਐਂਡ ਡਿਸਕਾਊਂਟ, ਬੈਂਕ ਐਂਡ ਡਿਸਕਾਊਂਟ, ਕੈਸ਼ ਐਂਡ ਬੈਂਕ ਕਾਲਮ। ਦੈਨ ਇਸ ਤੋਂ ਬਾਅਦ ਟ੍ਰਿਪਲ ਕਾਲਮ ਦੇ ਵਿੱਚ ਦੇਖੋ ਸਿੰਗਲ ਬੈਂਕ ਅਕਾਊਂਟ, ਡਬਲ ਬੈਂਕ ਅਕਾਊਂਟ। ਪੈਟੀ ਕੈਸ਼ ਬੁੱਕ ਦੇ ਵਿੱਚ ਆ ਜਾਂਦਾ ਸਿੰਪਲ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸਿੰਪਲ ਕੈਸ਼ ਬੁੱਕ ਦੇ ਬਾਰੇ, ਜਿਹਦੇ ਵਿੱਚ ਟ੍ਰਾਂਜੈਕਸ਼ਨ ਨੂੰ ਆਪਾਂ ਰਿਕਾਰਡ ਕਰਨਾ। ਦਿਸ ਇਜ਼ ਕਹਿੰਦਾ ਸਿੰਪਲ ਕੈਸ਼ ਬੁੱਕ, ਜਿਹਦੇ ਵਿੱਚ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਈਚ ਸਾਈਡ ਆਫ ਅਮਾਊਂਟ। ਕਹਿੰਦਾ ਇਟ ਇਜ਼ ਰਿਟਨ ਬਿਲਕੁਲ ਕਿਸੇ ਤਰ੍ਹਾਂ ਲੈਜਰ ਦੀ ਤਰ੍ਹਾਂ। ਲੈਜਰ ਦੇ ਵਿੱਚ ਆਪਾਂ ਅਕਾਊਂਟ ਬਣਾਇਆ ਸੀ ਕੈਸ਼ ਅਕਾਊਂਟ, ਇਹਦੇ ਵਿੱਚ ਬਣਾ ਦੇਣਾ ਇਹਦੇ ਵਿੱਚ ਆਪਾਂ ਬਣਾ ਦੇਣਾ ਵਾ ਲੈਜਰ ਅਕਾਊਂਟ ਦੇ ਵਿੱਚ ਵੀ, ਜਿੱਦਾਂ ਉੱਥੇ ਕੈਸ਼ ਅਕਾਊਂਟ ਸੀ ਇੱਥੇ ਹੁੰਦਾ ਸੀਗਾ ਕੈਸ਼ ਬੁੱਕ, ਜਿਹਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹੈਗੇ ਆ। ਡੈਬਿਟ ਸਾਈਡ ਐਂਡ ਕ੍ਰੈਡਿਟ ਸਾਈਡ ਦੋ ਸਾਈਡਸ ਹੁੰਦੀਆਂ, ਦੋਨੋਂ ਸਾਈਡ 'ਤੇ ਆਪਾਂ ਟ੍ਰਾਂਜੈਕਸ਼ਨ ਨੂੰ ਕੀ ਕਰਦੇ ਰਹਿੰਦੇ ਸੈਪਰੇਟਲੀ ਰਿਕਾਰਡ ਕਰਦੇ ਰਹਿੰਦੇ, ਕਿ ਟ੍ਰਾਂਜੈਕਸ਼ਨ ਨੂੰ ਆਪਾਂ ਰਿਕਾਰਡ ਕਰਦੇ ਰਹਿੰਦੇ। ਪੇਮੈਂਟਸ ਆਰ ਕੈਸ਼ ਨਾਟ ਐਕਸੀਡ ਦੀ
ट्रांजैक्शन ਨੂੰ ਕਹਿੰਦਾ ਬੇਟਾ ਰਿਕਾਰਡ ਨਹੀਂ ਕਰਨਾ, ਉਹਨਾਂ ਦੇ ਬੈਲੈਂਸ ਨੂੰ ਚੈੱਕ ਕਰਾਂਗੇ, ਟ੍ਰਾਂਜੈਕਸ਼ਨ ਸਟੈਪ ਬਾय ਸਟੈਪ ਦੇਖਾਂਗੇ। ਦੈਨ ਇਸ ਤੋਂ ਬਾਅਦ ਇਹਦਾ ਫਾਰਮੈਟ ਆ ਗਿਆ ਕੈਸ਼ ਬੁੱਕ ਦਾ, ਕਹਿੰਦਾ ਇਟ ਇਜ਼ ਅ ਫਾਰਮੈਟ ਸਿੰਪਲ ਕੈਸ਼ ਬੁੱਕ। ਦੇਖੋ ਫਾਰਮੈਟ ਦੇ ਵਿੱਚ ਸਿੰਪਲ ਕੈਸ਼ ਬੁੱਕ ਦੇ ਵਿੱਚ ਡੇਟ ਜਿਸ ਤਰ੍ਹਾਂ ਆਪਾਂ ਕੈਸ਼ ਅਕਾਊਂਟ ਬਣਾਇਆ ਸੀ ਸੇਮ ਉਹਦੇ ਬਸ ਇੱਕ ਨੰਬਰ ਪੁਆਇੰਟ ਐਡ ਹੋ ਗਿਆ, ਵਾਊਚਰ ਨੰਬਰ ਉੱਥੇ JFC, ਇੱਥੇ ਆ ਗਿਆ ਲੈਜਰ ਫੋਲੀਓ, ਵਾਊਚਰ ਨੰਬਰ, ਲੈਜਰ ਫੋਲੀਓ, ਅਮਾਊਂਟ, ਡੇਟ, ਪਰਟੀਕੂਲਰ ਟ੍ਰਾਂਜੈਕਸ਼ਨ ਉਸ ਤਰੀਕੇ ਨਾਲ ਰਿਕਾਰਡ ਕਰਾਂਗੇ। ਅੱਛਾ टू साइड पे देखो बेटा फॉर्मेट्स लिखा है, टू कैपिटल अकाउंट और टू बैलेंस ब्रॉट डाउन। अगर क्वेश्चन दे स्टार्ट होंदा स्टार्टेड बिजनेस विद कैश टू कैपिटल लिख सकते हैं, या बैलेंस गिवन होगा बैलेंस लिख देंगे, या पेमेंट्स जिहड़ियां हो गई बाय साइड ते रिकॉर्ड कर देंगे। मतलब टू साइड दैट इज़ अ साइड ऑफ रिसिप्ट साइड, जिहदे विच सारियां रिसिप्ट्स नूं रिकॉर्ड करना है, पेमेंट्स नूं रिकॉर्ड करना बाय साइड ते, रिसिप्ट्स नूं रिकॉर्ड करना टू साइड से। रिसिप्ट एनी नेचर जिस तरह पैसे कित्थों भी सानूं आ रहे हैं उन्हां ट्रांजैक्शन नूं आपां रिकॉर्ड करना। पेमेंट मतलब जिहड़े बाय साइड ते साडियां पेमेंट्स हो रही, पैसे साडे जिहड़े जा रहे हैं उन्होंने बाय साइड से आप ट्रांजैक्शन भी करना बेटा रिकॉर्ड करना। कोई परचेज किया, कोई एक्सपेंस वगैरह जो पैसे आ रहे, सेल कोई रिसीव ट्रांजैक्शनस हुई वो सारियां दी सारियां टू साइड पर चलते। हुण आ एक सम है वा जिहदे विच देखो ट्रांजैक्शन आप किस तरीके रिकॉर्ड करते हैं। स्टार्टेड बिजनेस विद कैश, बिजनेस स्टार्ट किया, कैश अकाउंट डेबिट टू कैपिटल, साइड बाय साइड अपनी एंट्री में माइंड च रखी है ना कि ट्रांजैक्शन को किस तरीके रिकॉर्ड करना। उन्होंने कैश टू कैपिटल, कैश के आ गया टू कैपिटल कि मतलब जोड़े पैसे साढ़े कोल आ रहे हैं उन्होंने ट्रांजैक्शन को रिकॉर्ड कर दें साइड बाय साइड कि किस तरीके उन्होंने ट्रांजैक्शन आप साइड बाय साइड की करते रिकॉर्ड करते हैं। आप कोई चीज़ खरीदी, परचेज की, कोई परचेज करने बाय परचेज, कोई रेंट वगैरह पे किया, कोई फर्नीचर वगैरह परचेज किया, कोई रिसीव, कोई ट्रांजैक्शन की, कोई पे किया वा। मतलब ये ट्रांजैक्शन ध्यान रखांगे ना कि पैसे का आना, पैसे का जाना। आना मतलब रिसिप्ट मतलब जो हुई वो सारिया टू साइड से, जो पेमेंट्स हो गई वो सारिया बाय साइड से। जिस तरह लिखा पेड रेंट बाय रेंट आ गया, परचेज गुड्स बाय परचेज आ गया, परचेज फर्नीचर बाय फर्नीचर आ गया, रिसीव किया, रिसीव किसको किया गौरी शंकर टू गौरी शंकर, पे टू जावेद खान फॉर इंटरेस्ट बाय इंटरेस्ट लिख देता, गुड सोल्ड फॉर कैश टू सेल लिख देता, स्टेशनरी बाय स्टेशनरी लिख देता, कैश विड्रॉन फॉर पर्सनल यूज बाय ड्राइंग हो गया, पर्सनल यूज पैसे चले गए, सोल्ड गुड्स टू शेर खान फॉर कैश टू सेल्स। इतने क्रेडिट सेल बनी, क्रेडिट सेल वाली ट्रांजैक्शन तुहानूं दस्सिया सी, क्रेडिट सेल वाली ट्रांजैक्शन जी इत्थे रिकॉर्ड नहीं होंदी। क्रेडिट सेल वाली ट्रांजैक्शन का इत्थे बिल्कुल नहीं रिकॉर्ड करनी, सिर्फ ओनली आप एक फीचर भी पढ़िया सी कि कैश बुक दे विच बेटा सिर्फ कई ट्रांजैक्शनस होंदियां, ओनली कैश ट्रांजैक्शनस आर टू बी रिकॉर्डेड इन द बुक्स ऑफ अकाउंट एंड क्रेडिट ट्रांजैक्शनस आर नॉट टू बी रिकॉर्डेड इन द बुक्स ऑफ अकाउंट। सिर्फ तो सिर्फ कई ट्रांजैक्शन तुसीं रिकॉर्ड करदे, कैश वाली ट्रांजैक्शन रिकॉर्ड करदे। सो बेटा दैन उस तो बाद आप टोटल करांगे अमाउंट्स का, डेबिट साइड से देखा टू साइड टोटल वाले अमाउंट, बाय साइड के वाले अमाउंट का टू साइड वाली अमाउंट चो बाय साइड वाली अमाउंट में बेटा डेबिट साइड तो क्रेडिट साइड तो माइनस करके जो अपने को आंसर आ जाता उन्होंने बाय साइड पर बेटा की कर देना लिख देना। तो जो बाय बैलेंस मंथ की लास्ट डेट पा देंगे, मंथ की लास्ट डेट का मतलब कि बैलेंस देखा कि उन्होंने बैलेंस है टू साइड से टोटल करके 96,000 बाय 6 से टोटल करके 96,000 जो डेबिट साइड जो क्रेडिट साइड में सारिया साइड में माइनस करके। सो डैट इज़ अ सिंपल कॉलम ऑफ कैश बुक। दैन इस तो बाद बेटा कैश बुक एक कंसैप्ट आ जाता कॉन्ट्रा ट्रांजैक्शन का। कॉन्ट्रा ट्रांजैक्शन जी ट्रांजैक्शन दोनों साइड से चलती हैं, जिहड़ियां ज़्यादातर बैंक के कैश के नाल लिंक होंदियां, बैंक के कैश के नाल दोनों साइड से चलती हैं। बैंक टू कैश पैसे जमा कराने, कैश डिपोजिटेड इनटू बैंक, बैंक टू कैश, दीज आर कॉन्ट्रा ट्रांजैक्शन। फिर कुछ ट्रांजैक्शन आ जांदियां सी बेटा चैक नाल रिलेटेड कि चैक रिसीव किया and deposited immediately, check received but deposited subsequently, चेक रिसीव किया एंड डिपोजिटेड इमीडिएटली हो गया, ये ट्रांजैक्शन बन गई। बैंक टू कस्टमर चेक रिसीव बट डिपोजिट सब्सिक्वेंटली, चेक इन हैंड टू कस्टमर। देन उस तो बाद रिसीव चेक इज डिपोजिटेड इनटू बैंक सब्सिक्वेंटली, बैंक टू चेक इन हैंड। देन उस तो बाद डिफरेंट ट्रीटमेंट सीगे, चेक रिसीव फ्रॉम कस्टमर, कैश टू कस्टमर, चेक डिपोजिट करवाता बैंक टू कैश, दैन चेक डिसऑनर हो गया कस्टमर टू बैंक। सो डिफरेंट ट्रीटमेंट के नाल ट्रांजैक्शन आप की करते थे रिकॉर्ड करते थे। फिर उस तो बाद बेटा ये आ जाता डबल कॉलम के आ जाता कैश एंड बैंक वाली ट्रांजैक्शन रिकॉर्ड करना कि जिस तरह कॉलम दो कॉलम बन जाते थे, एक कैश का कॉलम बन जाता है, एक बैंक का कॉलम बन जाता है। तो ट्रिपल कॉलम तो सिलेबस बेटा खत्म हो गया वा, अपनी बुक से चलूगे सिंगल कॉलम डबल कॉलम। दैन उस तो बाद एक लास्ट टॉपिक आ जाता दैट इज़ द पैटी कैश बुक। पैटी कैश बुक मतलब एक पैटी कैशियर बिठाया जाता फर्म ऑर्गेनाइजेशन द्वारा, जिहदे विच
ਛੋਟੇ ਮੋਟੇ ਐਕਸਪੈਂਸ ਕਰਨ ਲਈ ਪੈਟੀ ਕੈਸ਼ੀਅਰ ਦੀ ਸਾਰੀ ਰਿਸਪੌਂਸਿਬਿਲਿਟੀ ਹੁੰਦੀ। ਉਹਨੇ ਟ੍ਰਾਂਜੈਕਸ਼ਨ ਨੂੰ ਕਿਸ ਤਰੀਕੇ ਨਾਲ ਰਿਕਾਰਡ ਕਰਨਾ, ਸਟੈਪ ਬਾਏ ਸਟੈਪ ਉਹਨੇ ਹਰ ਇੱਕ ਚੀਜ਼ ਨੂੰ ਐਵਰੀਥਿੰਗ ਇੱਕ ਰਿਕਾਰਡ ਕਰ ਦੇਣਾ। ਉਹ ਸਾਰਾ ਦਾ ਸਾਰਾ ਪੈਟੀ ਕੈਸ਼ੀਅਰ ਦੇ ਕੋਲ ਬਾਅਦ 'ਚ ਰੀਇੰਬਰਸਮੈਂਟ ਕਰ ਦਿੱਤੀ ਜਾਂਦੀ ਐਕਸਪੈਂਸਿਸ ਦੇ ਵਿੱਚ। ਸੋ ਬੇਟਾ ਇਹ ਕੈਸ਼ ਬੁੱਕ ਦਾ ਤੁਹਾਡਾ ਟੌਪਿਕ ਸੀਗਾ ਜਿਹਦੇ ਵਿੱਚ ਡਿਫਰੈਂਟ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ। ਸੋ ਤੁਹਾਨੂੰ ਸਮਝ